ਬਿਸਮਿल्लाहिर्रहमानिर्रहीम अस्सलामुअलैकुम वरहमतुल्लाहि वबरकातुह। ਅੱਜ ਦੇ ਵਿਲਾਗ ਦੇ ਵਿੱਚ ਮੈਂ ਤੁਹਾਨੂੰ ਇੱਕ ਐਸਾ ਵਾਕਿਆ ਸੁਣਾਉਣ ਲੱਗਾ ਕਿ 17 ਜਨਵਰੀ ਨੂੰ ਖੁਸ਼ਾਬ ਦੇ ਇਲਾਕੇ ਦੇ ਵਿੱਚ ਸੈਲਾਬ ਕਲੋਨੀ ਆ, ਉੱਥੇ ਇੱਕ ਵਾਕਿਆ ਪੇਸ਼ ਆਇਆ ਕਿ ਇੱਕ ਬੜੀ ਭੈਣ ਜਿਹੜੀ ਆ ਸ਼ਾਮ ਨੂੰ 5:15 ਦੇ ਉੱਤੇ ਆਪਣੀ ਛੋਟੀ ਭੈਣ ਦੇ ਘਰ ਆਂਦੀ ਆ ਔਰ ਆਪਣੇ ਪਰਸ ਦੇ ਵਿੱਚੋਂ ਪਿਸਟਲ ਕੱਢਦੀ ਆ ਤੇ ਉਹਨੂੰ 3 ਗੋਲੀਆਂ, 2 ਗੋਲੀਆਂ ਢਿੱਡ ਦੇ ਵਿੱਚ ਤੇ 1 ਗੋਲੀ ਸੀਨੇ ਦੇ ਵਿੱਚ ਮਾਰ ਕੇ ਤੇ ਉਹਨੂੰ ਮੌਕੇ ਤੇ ਮਾਰ ਦਿੰਦੀ ਆ। ਉਹਦੀ ਸਾਰੀ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ 17 ਜਨਵਰੀ ਨੂੰ ਪੇਸ਼ ਆਇਆ। ਖੁਸ਼ਾਬ ਦਾ ਇਲਾਕਾ ਆ, ਸੈਲਾਬ ਕਲੋਨੀ ਆ, ਉੱਥੇ ਇਹ ਵਾਕਿਆ ਪੇਸ਼ ਆਇਆ। ਉੱਥੇ ਇੱਕ ਫੈਮਿਲੀ ਰਹਿੰਦੀ ਆ, ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਮੁਹੰਮਦ ਜਾਫਰ ਸਾਹਿਬ ਦੀਆਂ 2 ਬੇਟੀਆਂ, ਇੱਕ ਦਾ ਨਾਮ ਇਰਮ ਪ੍ਰਵੀਨ, ਦੂਸਰੀ ਦਾ ਨਾਮ ਜਿਹੜੀ ਛੋਟੀ ਆ ਬੁਸ਼ਰਾ। ਹੁਣ ਇਰਮ ਪ੍ਰਵੀਨ ਦੀ ਜਿਹੜੀ ਆ ਉਹ ਸ਼ਾਦੀ ਕਰ ਦਿੱਤੀ ਜਾਂਦੀ। ਇਰਮ ਪ੍ਰਵੀਨ ਆਪਣੇ ਘਰ ਰਹਿ ਰਹੀ ਆ, ਉਹਦੇ ਸ਼ੌਹਰ ਦਾ ਨਾਮ ਆ ਰਿਜ਼ਵਾਨ। ਜਿਹੜੀ ਬੁਸ਼ਰਾ ਆ ਸਭ ਤੋਂ ਇਹਦੀ ਛੋਟੀ ਭੈਣ ਆ ਇਰਮ ਦੀ, ਉਹ ਜਦੋਂ ਜਵਾਨ ਹੋਈ ਇਹਨਾਂ ਨੇ ਨਾ ਘਰ ਵਾਲਿਆਂ ਨੇ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ। ਹੁਣ ਘਰ ਵਾਲੇ ਕਹਿੰਦੇ ਨੇ ਕਿ ਬੁਸ਼ਰਾ ਵਾਸਤੇ ਕੋਈ ਰਿਸ਼ਤਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹੜਾ ਬੰਦਾ ਸ਼ਰੀਫ ਹੋਵੇ, ਉਹਦੇ ਨਾਲ ਕੰਪਰੋਮਾਈਜ਼ ਕਰਕੇ ਟੁਰਨੇ ਵਾਲਾ ਹੋਵੇ। ਹੁਣ ਇਹ ਕਾਫੀ ਰਿਸ਼ਤੇ ਦੇਖਦੇ ਨੇ, ਬੁਸ਼ਰਾ ਲਈ ਇਹਨਾਂ ਨੂੰ ਕੋਈ ਰਿਸ਼ਤਾ ਨਹੀਂ ਪਸੰਦ ਆਉਂਦਾ। ਆਖਰਕਾਰ ਥੱਕ ਹਾਰ ਕੇ ਇੱਕ ਰਿਸ਼ਤਾ ਲੱਭ ਜਾਂਦਾ ਜਿਹਦਾ ਨਾਮ ਹੁੰਦਾ ਹਮਾਦ ਅਹਿਸਾਨ। ਹਮਾਦ ਅਹਿਸਾਨ ਦੇ ਨਾਲ ਰਿਸ਼ਤਾ ਲੱਭ ਕੇ ਤੇ ਇਹ ਰਿਸ਼ਤਾ ਤੈਅ ਕਰ ਲੈਂਦੇ ਨੇ ਔਰ ਸ਼ਾਦੀ ਅੱਜ ਤੋਂ 3 ਸਾਲ ਪਹਿਲਾਂ ਬੁਸ਼ਰਾ ਦੀ ਹਮਾਦ ਅਹਿਸਾਨ ਦੇ ਨਾਲ ਕਰ ਦਿੰਦੇ ਨੇ। ਹੁਣ ਇਸ ਟਾਈਮ ਬੁਸ਼ਰਾ ਦੀ ਜਿਹੜੀ ਬੇਟੀ ਆ ਉਹ ਵੀ 2 ਸਾਲ ਦੀ ਹੋ ਚੁੱਕੀ ਆ। ਹੁਣ ਹੁੰਦਾ ਕੀ ਆ ਕਿ ਬੁਸ਼ਰਾ ਜਦੋਂ ਵੀ ਇਰਮ ਦੇ ਘਰ ਜਾਂਦੀ, ਉਹਦੇ ਨਾਲ ਗੱਪਸ਼ਪ ਲਾ ਕੇ ਆਂਦੀ, ਫਿਰ ਟੁਰ ਕੇ ਆਂਦੀ। ਆਸਤਾ ਆਸਤਾ ਇਹਦੇ ਤਾਲੁਕਾਤ ਜਿਹੜੇ ਨੇ ਨਾ ਉਹ ਰਿਜ਼ਵਾਨ ਦੇ ਨਾਲ ਸ਼ੁਰੂ ਹੋ ਜਾਂਦੇ ਨੇ। ਇਹਦੀ ਜਿਹੜੀ ਭੈਣ ਇਰਮ ਆ, ਉਹਦਾ ਘਰ ਵਾਲਾ ਜਿਹੜਾ ਰਿਜ਼ਵਾਨ। ਹੁਣ ਇਹ ਜਦੋਂ ਵੀ ਜਾਂਦੀ, ਅਗਰ ਇਰਮ ਘਰ ਵੀ ਨਾ ਹੁੰਦੀ, ਇਹ ਉੱਥੇ ਬਹਿ ਜਾਂਦੀ, ਮੈਂ ਬਾਜੀ ਨੂੰ ਮਿਲ ਕੇ ਜਾਵਾਂਗੀ। ਬੁਸ਼ਰਾ ਫਿਰ ਰਿਜ਼ਵਾਨ ਦੇ ਨਾਲ ਗੱਪਾਂ ਛੱਪਾਂ ਲਾਉਂਦੀ ਰਹਿੰਦੀ, ਉਹਦੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਦੀ ਰਹਿੰਦੀ। ਉਸ ਤੋਂ ਬਾਅਦ ਇੱਕ ਦਿਨ ਐਸਾ ਹੁੰਦਾ ਕਿ ਇਰਮ ਨੂੰ ਕੋਈ ਸ਼ੱਕ ਪੈ ਜਾਂਦੀ ਆ। ਇਰਮ ਫੌਰਨ ਬੁਸ਼ਰਾ ਦੇ ਘਰ ਜਾਂਦੀ ਆ। ਜੋ ਹੀ ਬੁਸ਼ਰਾ ਦੇ ਘਰ ਜਾਂਦੀ ਆ, ਦੇਖਦੀ ਆ ਕਿ ਇਹਦਾ ਸ਼ੌਹਰ ਜਿਹੜਾ ਰਿਜ਼ਵਾਨ ਅੰਦਰੋਂ ਨਿਕਲ ਰਿਹਾ। ਇਹਨੇ ਇਰਮ ਨੇ ਆਪਣੇ ਸ਼ੌਹਰ ਦਾ ਬਾਜ਼ੂ ਪਕੜਿਆ। ਉਹਨੇ ਕਿਹਾ ਕਿ ਤੂੰ ਇੱਥੇ ਕੀ ਲੈਣ ਆਇਆ? ਉਹਨੇ ਕਿਹਾ ਕਿ ਮੈਨੂੰ ਬੁਸ਼ਰਾ ਨੇ ਕਾਲ ਕਰਕੇ ਬੁਲਵਾਇਆ ਸੀ ਕਿ ਇਹਨਾਂ ਦੋਨਾਂ ਮੀਆਂ ਬੀਵੀ ਦੇ ਦਰਮਿਆਨ ਕੋਈ ਝਗੜਾ ਹੋ ਗਿਆ, ਇਸ ਵਾਸਤੇ ਮੈਂ ਇਹਨਾਂ ਦਾ ਝਗੜਾ ਨਿਪਟਾਉਣ ਵਾਸਤੇ ਆਇਆ ਸੀ ਕਿ ਭਈ ਕੀ ਰੌਲਾ। ਤੇ ਇਸ ਤਰ੍ਹਾਂ ਮੈਨੂੰ ਬੁਸ਼ਰਾ ਨੇ ਖੁਦ ਬੁਲਵਾਇਆ ਸੀ। ਉਹਨੇ ਆਪਣੇ ਸ਼ੌਹਰ ਦਾ ਬਾਜ਼ੂ ਪਕੜਿਆ, ਅੰਦਰ ਬੁਸ਼ਰਾ ਕੋਲ ਲੈ ਜਾਂਦੀ ਆ। ਹਾਂ ਬੁਸ਼ਰਾ, ਬਈ ਕੀ ਰੌਲਾ, ਤੁਹਾਡੀ ਕਿਵੇਂ ਲੜਾਈ ਹੋਈ? ਇਹ ਕਹਿੰਦਾ ਮੈਂ ਤੁਹਾਡੀ ਸੁਲ੍ਹਾ ਕਰਾਉਣ ਆਇਆ ਸੀ, ਤੁਹਾਡੀ ਦੋਨਾਂ ਮੀਆਂ ਬੀਵੀ ਦੀ ਲੜਾਈ ਹੋ ਗਈ ਆ। ਬੁਸ਼ਰਾ ਕਹਿੰਦੀ ਹਾਂ ਬਾਜੀ, ਇਸੇ ਤਰ੍ਹਾਂ ਮੈਂ ਰਿਜ਼ਵਾਨ ਨੂੰ ਕਾਲ ਕੀਤੀ ਸੀ ਕਿ ਸਾਡਾ ਕੁਛ ਮੀਆਂ ਬੀਵੀ ਦਾ ਝਗੜਾ ਹੋ ਗਿਆ ਤੇ ਇਹ ਜ਼ਰਾ ਆ ਕੇ ਨਿਪਟਾ ਜਾ। ਅੱਗੋਂ ਇਰਮ ਕਹਿੰਦੀ ਕਿ ਤੂੰ ਮੈਨੂੰ ਇੱਕ ਦੱਸ, ਤੂੰ ਜੋ ਮੇਰੇ ਸ਼ੌਹਰ ਨੂੰ ਬੁਲਵਾਇਆ ਰਿਜ਼ਵਾਨ ਨੂੰ, ਤੂੰ ਅੰਮੀ ਨੂੰ ਜਾਂ ਅੱਬੂ ਨੂੰ ਵੀ ਫੋਨ ਕਰਕੇ ਕਹਿ ਸਕਦੀ ਸੀ ਕਿ ਹਮਾਦ ਜਿਹੜਾ ਉਹ ਮੇਰੇ ਨਾਲ ਲੜਿਆ ਆ ਤੇ ਜ਼ਰਾ ਘਰ ਆਵੋ, ਤੇ ਤੂੰ ਮੇਰੇ ਸ਼ੌਹਰ ਨੂੰ ਕਿਉਂ ਬੁਲਵਾਇਆ? ਹੁਣ ਇਰਮ ਨੂੰ ਜਿਹੜੀ ਸ਼ੱਕ ਸੀ ਆਪਣੇ ਸ਼ੌਹਰ ਰਿਜ਼ਵਾਨ ਦੇ ਉੱਤੇ, ਉਹ ਯਕੀਨ ਦੇ ਵਿੱਚ ਬਦਲ ਗਈ ਕਿ ਇਹ ਵਾਕਈ ਕੋਈ ਰੌਲਾ ਜ਼ਰੂਰ ਆ। ਉਸ ਤੋਂ ਬਾਅਦ ਇਰਮ ਕੀ ਕਰਦੀ ਆ, ਫੋਨ ਚੁੱਕਦੀ ਆ, ਚੁੱਕ ਕੇ ਤੇ ਹਮਾਦ ਨੂੰ, ਬੁਸ਼ਰਾ ਦੇ ਸ਼ੌਹਰ ਨੂੰ ਕਰਦੀ ਆ। ਉਹ ਕਹਿੰਦੀ ਆ ਕਿ ਆਇਆ ਤੁਹਾਡਾ ਕੋਈ ਦੋਨਾਂ ਦਾ ਲੜਾਈ ਝਗੜਾ ਹੋਇਆ, ਤੂੰ ਬੁਸ਼ਰਾ ਦੇ ਨਾਲ ਕਿਉਂ ਲੜਿਆ? ਉਹ ਅੱਗੋਂ ਕਹਿੰਦਾ ਹਮਾਦ ਅਹਿਸਾਨ ਕਿ ਮੇਰੀ ਬੁਸ਼ਰਾ ਦੇ ਨਾਲ ਕੋਈ ਨਾ ਲੜਾਈ, ਨਾ ਝਗੜਾ, ਨਾ ਦੰਗਾ, ਨਾ ਫਸਾਦ, ਕੋਈ ਵਾਕਿਆ ਨਹੀਂ ਹੋਇਆ। ਕੀ ਰੌਲਾ ਬਣਿਆ? ਇਰਮ ਜਿਹੜੀ ਆ ਫੌਰੀ ਫੋਨ ਬੰਦ ਕਰ ਦਿੰਦੀ ਆ ਔਰ ਜਿਹੜਾ ਉਹਦਾ ਸ਼ੱਕ ਸੀ ਯਕੀਨ ਦੇ ਵਿੱਚ ਬਦਲ ਗਿਆ। ਉਸ ਤੋਂ ਬਾਅਦ ਆਪਣੇ ਸ਼ੌਹਰ ਨੂੰ ਬਾਜ਼ੂ ਤੋਂ ਪਕੜਦੀ ਆ
घर लै जाती आ, जाके कहती चल हुण कर मैं तेरा इलाज करदी आ, घर बह के गल करदे आ। हुण बुशरा अपने शौहर रिजवान नूं घर लै जाती आ। जिस वेले घर ले जाती लिजा के इन्हां दी लड़ाई झगड़ा शुरू हो जाता, तू मैं। उस तो बाद इन्ना लड़ाई झगड़ा हुंदा कि उहदा शौहर कहंदा तू जो कुछ करना कर ला, मैं इसे तरह काम बुशरा दे नाल मैं तल्लकात रखने ने। अगे ओह लुक छुप के उन्होंने मिलता सी, हुण ओह खुल्लम खुल्ला मिलन लग पिया, सरेआम मिलन लग पिया। फिर एक दिन ऐसा टाइम आंदा कि इरम नूं बड़ा गुस्सा चढ़दा। 17 जनवरी का टाइम आ ते ये 5:15 बजे घरों निकलदी आ, जाके सीधी बुशरा दे घर। बुशरा जिस वेले इरम नूं देखदी आ कि इनू साह चढ़िया होया ते गुस्से दे विच आ, कहंदी खैर है बाजी, तेरा साह फुलिया होया, बह जा। ओनू अगों कोई जवाब नहीं दिंदी। ते जिस वेले पहुंचदी आ, पहुंच के आमना सामना हुंदा, अपने पर्स दे विचों पिस्टल कढदी आ ते कढ के ते 3 गोलियां दे फायर अपनी छोटी भैन नूं बुशरा बीबी नूं मार दिंदी आ कि लै जिने तू मेरा घर खराब किया, अज मैं तेरा असल बंदोबस्त कर दिंदी आ। उस तो बाद वो मौके ते डिग जाती आ। उहदा शौहर जिहड़ा खामद हमाद वो घर हुंदा, वो जो ही बाहर निकलदा आवाज़ सुनदा, अपनी बीवी नूं वेखदा, बुशरा बीबी नूं वो खून दे विच लत-पत पई हुंदी आ। उहनूं फौरी चुकदा, हस्पताल लै जांदा, शायद पई ये बच जाए। लेकिन जो ही हस्पताल लैके जाता, डॉक्टर कहते हैं इसकी मौत वाक़या हो चुकी आ। उस तो बाद फिर 15 ते कॉल की जाती आ। पुलिस जिहड़ी आ जोड़ा कलां थाने की आ जाती आ और एक FIR 302 की नामजद इरम परवीन ते दर्ज कर लैंदी आ। उस तो बाद इस FIR दे विच एक 311 दी भी दफा लगाई गई, जिदे विच रिजवान इरम दा शौहर और हमाद एहसान बुशरा दा शौहर मशवरा देने वालियां दे विच दोनों दा नाम भी लिख दिता गया। हुण रिजवान और हमाद ये दोनों जमानत ते ने। इरम नूं गिरफ्तार पुलिस ने कर लिया और इरम ने इकबाले जुर्म कर लिया। ये एक बड़ा दर्दनाक वाकया सी। देखो इहदे विच असल वजह ये सी कि अगर इरम नूं कोई मसला सी, ओह अपने वालदैन नाल गल करदी कि मेरी भैन जिहड़ी आ मेरा घर उजाड़ रही आ, इनू समझावो। ये नहीं सी उन्होंने करना चाहिए कि जोश दे विच आके ते अपनी छोटी भैन नूं ही उन्हें मार दिता। हुण देखो भैन भी मर गई, आप भी सारी उम्र जेल च रह गई। ये बड़ा गलत कदम आ। इस तरह बेहतर सी कि सुलह सफाई दे नाल भैन नूं बिठांदी, अपने माँ प्यो नूं बिठांदी, बिठा के कहंदी कि इनू कह दो कि ये बाज आ जाए, मेरा घर तबाहो बर्बाद ना करे। इस तरह बह के उस तो बाद बुशरा नूं कह सकदी सी कि तू मेरे घर अज तो बाद नहीं आना। इस तरह ये घर तबाही तो बच सकता सी। लेकिन हुण ये बिल्कुल घर जिहड़ा तबाह हो गया। आप जेल दे विच चले गई, भैन इस दुनिया तो रवाना हो गई। ये एक दिलखराश वाकया सी कि भैन ने ही भैन का घर उजाड़ दिता, बल्कि दोनों भैनां दा घर ही उजड़ गया। इस वीडियो के बारे दे विच अपनी राय का इजहार जरूर करना कि कसूर सब तो ज्यादा किदा आ, और चैनल नूं सबसक्राइब और लाइक और शेयर जरूर कर दिया करो। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान च रखे। अस्सलामु अलैकुम व रहमतुल्लाहि व बरकातुहू।